अपग्रेड करते रहे हैं। ਤਾਂ ਕਰੋਨਾ ਅਪਡੇਟ ਪੂਰੇ ਦੇਸ਼ ਦਾ ਦਿੱਤਾ ਗਿਆ ਸਿਹਤ ਮੰਤਰਾਲੇ ਦੇ ਵੱਲੋਂ ਤੇ ਤੁਹਾਨੂੰ ਦੱਸ ਦਈਏ ਕਿ ਦਾਅਵਾ ਹੀ ਕੀਤਾ ਜਾ ਰਿਹਾ ਕਿ ਇਸ ਸਮੇਂ ਹਿੰਦੁਸਤਾਨ ਦਾ ਹਾਲਾਤ ਹੋਰ ਮੁਲਕਾਂ ਦੇ ਨਾਲੋਂ ਕਿਤੇ ਵਧੀਆ ਨੇ। ਮਾਸਕ ਲਗਾਉਣਾ, ਡਿਸਟੈਂਸਿੰਗ ਹੀ ਸਾਰੇ ਉਪਾਅ ਨੇ ਤੇ ਉਹਨਾਂ ਨੂੰ ਰੱਖਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਜਾ ਰਿਹਾ ਕਿ ਨੁਮਾਇੰਦਿਆਂ ਦੇ ਵੱਲੋਂ ਕਿ ਰਿਕਵਰੀ ਰੇਟ ਜੋ ਇਸ ਸਮੇਂ ਦੇਸ਼ ਦੇ ਵਿੱਚ ਹੈ ਉਹ 41% ਤੋਂ ਜ਼ਿਆਦਾ ਹੈ ਤੇ ਪੂਰੀ ਦੁਨੀਆ ਕਰੋਨਾ ਦੇ ਨਾਲ ਲੜ ਰਹੀ ਹੈ, ਪਰ ਹਿੰਦੁਸਤਾਨ ਦੇ ਵਿੱਚ ਢੁਕਵੇਂ ਪ੍ਰਬੰਧ ਕੀਤੇ ਗਏ ਨੇ ਤੇ 24 ਘੰਟੇ ਦੇ ਵਿੱਚ 6535 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ। 24 ਘੰਟੇ 'ਚ 146 ਲੋਕਾਂ ਦੀ ਮੌਤ ਹੋਈ ਹੈ ਤਾਂ ਭਾਰਤ ਦੇ ਵਿੱਚ ਮੌਤ ਦੀ ਦਰ ਸਭ ਤੋਂ ਘੱਟ ਹੈ। ਇਸ ਦਾ ਜ਼ਿਕਰ ਸਿਹਤ ਮੰਤਰਾਲੇ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਭ ਦੇ ਵਿਚਾਲੇ ਸਿਆਸਤ ਵੀ ਹੋ ਰਹੀ ਹੈ। ਜਿਵੇਂ ਬੀਜੇਪੀ ਦਾ ਰਾਹੁਲ ਗਾਂਧੀ ਉੱਤੇ ਪਲਟਵਾਰ। ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਅੱਜ ਨਜ਼ਰ ਆਏ ਸੀ। ਉਹਨਾਂ ਨੇ ਕਿਹਾ ਸੀ ਕਿ ਲਾਕਡਾਊਨ ਸਾਰੇ ਫੇਲ ਹੋ ਚੁੱਕੇ ਨੇ ਤੇ ਹੁਣ ਬੀਜੇਪੀ ਰਾਹੁਲ ਗਾਂਧੀ ਤੇ ਪਲਟਵਾਰ ਕਰ ਰਹੀ ਹੈ। ਰਾਹੁਲ ਗਾਂਧੀ ਦੇ ਉੱਤੇ ਸਿਆਸਤ ਕਰਨ ਦੇ ਇਲਜ਼ਾਮ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਇਹੀ ਸਵਾਲ ਪੁੱਛ ਰਹੇ ਨੇ ਪ੍ਰਕਾਸ਼ ਜਾਵੜੇਕਰ ਕਿ ਜਦੋਂ ਲਾਕਡਾਊਨ ਲਗਾਇਆ ਗਿਆ ਤਾਂ ਕਾਂਗਰਸ ਨੇ ਸਵਾਲ ਚੁੱਕੇ, ਹੁਣ ਹੌਲੀ-ਹੌਲੀ ਲਾਕਡਾਊਨ ਹਟਾ ਰਹੇ ਹਾਂ ਤਾਂ ਵੀ ਸਵਾਲ ਚੁੱਕੇ ਜਾ ਰਹੇ ਨੇ ਤੇ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੇ ਉੱਤੇ ਦੋਗਲੇਪਨ ਦੀ ਸਿਆਸਤ ਕਰਨ ਦੇ ਇਲਜ਼ਾਮ ਲਗਾ ਦਿੱਤੇ ਤੇ ਕਿਹਾ ਕਿ ਵਿਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਵਿੱਚ ਕਰੋਨਾ ਦੇ ਨਾਲ ਨੁਕਸਾਨ ਘੱਟ ਹੋਇਆ ਹੈ। ਭਾਰਤ ਦੇ ਵਿੱਚ ਸਹੀ ਸਮੇਂ ਤੇ ਲਾਕਡਾਊਨ ਲਗਾਇਆ ਗਿਆ ਸੀ। ਦਰਅਸਲ ਰਾਹੁਲ ਗਾਂਧੀ ਨੇ ਲਾਕਡਾਊਨ ਨੂੰ ਫੇਲ ਕਰਾਰ ਦਿੱਤਾ ਸੀ ਕਿ ਚਾਰੋਂ ਲਾਕਡਾਊਨ ਫੇਲ ਸਾਬਤ ਹੋਏ ਨੇ ਕੇਂਦਰ ਦੀ ਸਰਕਾਰ ਦੇ, ਉਸ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਨਾਕਾਮ ਰਿਹਾ ਮਕਸਦ। ਜੋ ਟੀਚਾ ਮਿਥਿਆ ਗਿਆ ਸੀ ਉਸ ਟੀਚੇ ਤੱਕ ਪਹੁੰਚਣ ਦੇ ਵਿੱਚ ਸਰਕਾਰ ਕਾਮਯਾਬ ਨਹੀਂ ਹੋਈ ਹੈ ਤੇ ਹੁਣ बीजेपी पलटवार कर रही है राहुल गांधी के ऊपर। ये जो कांग्रेस की नीति है ये दोगलापन है, ये पाखंड है। अमेरिका, फ्रांस, ब्रिटेन, जर्मन, स्पेन, इटली, ईरान, ब्राजील, दुनिया के बहुत सारे प्रमुख देशों में और चीन भी जिस तरह से नुकसान हुआ उस तुलना में भारत का नुकसान कम रहा। इसके लिए पूरी दुनिया भारत की प्रशंसा कर रही कि सही समय पर लॉकडाउन लगाया, लेकिन जिसकी पूरी दुनिया प्रशंसा करती है उसका कांग्रेस विरोध करती है। यही कांग्रेस की दोगलापन की राजनीति है। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਲਾਕਡਾਊਨ ਦਾ ਕੋਈ ਅਸਰ ਨਹੀਂ ਹੋਇਆ ਅਤੇ ਨਾਕਾਮ ਰਿਹਾ ਹੈ। नरेंद्र मोदी जी ने कहा था कि 21 दिन में कोरोना की लड़ाई जीती जाएगी। 4 लॉकडाउन हो गए, तकरीबन 60 दिन हो गए। हिंदुस्तान पहला देश है जो बीमारी के बढ़ते वक्त लॉकडाउन बंद कर रहा है। चाहे वो जापान हो, चाहे वो कोरिया हो, चाहे वो जर्मनी हो, फ्रांस हो, सब के सब ने लॉकडाउन जब बंद किया जब बीमारी घटनी शुरू हुई थी। तो यह बात क्लियर है, स्पष्ट है कि हिंदुस्तान का लॉकडाउन फेल हुआ है। जो लक्ष्य नरेंद्र मोदी जी का था वो लक्ष्य पूरा नहीं हुआ। और अब हम बहुत इज्जत से, रिस्पेक्ट से, आदर से सरकार को और प्रधानमंत्री को पूछना चाहते हैं कि अब आपका प्लान बी क्या है। बीमारी 21 दिन में गायब नहीं हुई, बीमारी बढ़ रही है। आपकी स्ट्रेटेजी क्या है? लॉकडाउन को आप किस प्रकार से देखते हैं? इसको आप किस प्रकार से रिलीज करेंगे? जो हमारे मजदूर भाई बहन हैं उनकी आप कैसे मदद करोगे? जो आप हमारे जो छोटे स्मॉल एंड मीडियम बिजनेसेस हैं उनको उनकी आप मदद करना चाहते हो, नहीं करना चाहते हो? क्या प्लान है? तो ये सवाल हम सरकार से पूछना चाहते हैं। ये जो कांग्रेस की नीति है ये दोगलापन है, ये पाखंड है। अमेरिका, फ्रांस, ब्रिटेन, जर्मन, स्पेन, इटली, ईरान, ब्राजील, दुनिया के बहुत सारे प्रमुख देशों में और चीन भी जिस तरह से नुकसान हुआ उस तुलना में भारत का नुकसान कम रहा। इसके लिए पूरी दुनिया
भारत की प्रशंसा कर रही कि सही समय पर लॉकडाउन लगाया, लेकिन जिसकी पूरी दुनिया प्रशंसा करती है उसका कांग्रेस विरोध करती है। यही कांग्रेस की दोगलापन की राजनीति है। ਤਾਂ ਲਾਕਡਾਊਨ ਦੇ ਨਾਮ ਦੇ ਉੱਤੇ ਸਿਆਸਤ ਇਸ ਸਮੇਂ ਦੇਸ਼ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅੱਗੇ ਵਧਦੇ ਹਾਂ, ਪੰਜਾਬ ਦਾ ਰੁਖ ਕਰਾਂਗੇ ਤੇ ਗੱਲ ਹੋਵੇਗੀ ਪੰਜਾਬ ਕੈਬਨਿਟ ਦੀ ਹੋਣ ਜਾ ਰਹੀ ਮੀਟਿੰਗ ਦੀ। ਕੱਲ ਦੁਪਹਿਰ 3 ਵਜੇ ਸਕੱਤਰੇਤ ਦੇ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਲਾਕਡਾਊਨ ਦੌਰਾਨ ਸਕੱਤਰੇਤ ਦੇ ਵਿੱਚ ਪਹਿਲੀ ਮੀਟਿੰਗ ਹੋਵੇਗੀ। ਹੁਣ ਤੱਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੀ ਸਾਰੀਆਂ ਬੈਠਕਾਂ ਹੋਈਆਂ ਨੇ ਤੇ 30 ਮਈ ਤੋਂ ਬਾਅਦ ਦੀ ਰਣਨੀਤੀ ਤੇ ਮੰਥਨ ਹੋਵੇਗਾ। ਮੁੱਖ ਸਕੱਤਰ ਵਿਵਾਦ ਜੋ ਮੰਤਰੀ ਤੇ ਮੁੱਖ ਸਕੱਤਰ ਆਮੋ ਸਾਹਮਣੇ ਨੇ। ਕੱਲ ਦੀ ਮੀਟਿੰਗ ਦੇ ਉੱਤੇ ਇਹ ਵੀ ਨਜ਼ਰਾਂ ਰਹਿਣਗੀਆਂ ਕਿ ਉਹ ਇਕੱਠੇ ਬੈਠਦੇ ਨੇ, ਮੀਟਿੰਗ ਵਿੱਚ ਪਹੁੰਚਦੇ ਨੇ ਜਾਂ ਨਹੀਂ। ਪਿਛਲੀ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ ਸਨ ਚੀਫ ਸਕੱਤਰ। ਮੁੱਖ ਸਕੱਤਰ ਦੇ ਅਸਤੀਫੇ ਦੇ ਉੱਤੇ ਅੜੇ ਹੋਏ ਨੇ ਮੰਤਰੀ। ਤਾਂ ਲਾਕਡਾਊਨ ਦਾ ਚੌਥਾ ਗੇੜ ਤਾਂ ਇਸ ਸਮੇਂ ਚੱਲ ਰਿਹਾ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਦੀ ਅਨਾਉਂਸਮੈਂਟ ਕੀਤੀ ਗਈ, ਪਰ 31 ਮਈ ਤੋਂ ਬਾਅਦ ਕੀ ਹੋਏਗਾ, 1 ਜੂਨ ਤੋਂ ਕੀ ਹੋਏਗਾ, ਕਿ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਹੈ ਤਾਂ ਮਿਲਣ ਜਾ ਰਹੀਆਂ ਨੇ ਕਿ ਦੁਕਾਨਦਾਰਾਂ ਨੂੰ, ਕਿਸਾਨਾਂ ਨੂੰ, ਛੋਟੇ ਵਪਾਰੀਆਂ ਨੂੰ, ਇੰਡਸਟਰੀ ਵਾਲਿਆਂ ਨੂੰ, ਮਜ਼ਦੂਰਾਂ ਨੂੰ, ਕੰਮਕਾਜ ਵਾਲਿਆਂ ਨੂੰ, ਹੋਰ ਦੁਕਾਨਾਂ ਵਾਲਿਆਂ ਨੂੰ ਕਿ 1 ਜੂਨ ਤੋਂ ਕੁਝ ਹੋ ਰਿਹਾ ਹੈ ਤਾਂ ਮਿਲਣ ਜਾ ਰਹੀਆਂ ਨੇ। ਤਾਂ ਕੀ ਕੁਝ ਰੂਪਰੇਖਾ ਸਰਕਾਰ ਤੈਅ ਕਰਦੀ ਹੈ, ਕੱਲ ਦੀ ਇਸ ਮੀਟਿੰਗ ਦੇ ਵਿੱਚ ਸਾਫ਼ ਹੋਣ ਦੀ ਕਾਫੀ ਹੱਦ ਤੱਕ ਉਮੀਦ ਹੈ। ਪੰਕਜ ਕਪਾਹੀ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਪੰਕਜ, ਕੀ ਕੁਝ ਜਾਣਕਾਰੀ ਤੁਹਾਡੇ ਕੋਲ ਲਾਕਡਾਊਨ ਦੇ ਵਿਚਾਲੇ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ? बिल्कुल गौरव ने पहली बार होगा कि कल कैबिनेट की बैठक वीडियो कॉन्फ्रेंसिंग के जरिए नहीं सैकटरीएट बैठक जी होएगी। और इस बैठक के नजर चीफ सैकटरी वर्सेस मंत्री का जो मुद्दा लगातार पिछले दिन सुर्खियां बनया सीगा और कैप्टन अमरिंदर सिंह उस तो बाद एक लंच डिप्लोमैसी की लंच के जरिए विधायकों और मंत्रियों मनाने की कोशिश लगी थी। हालांकि की मंत्री उस गल से मन गए ने या फिर मंत्री अज भी उस गल से अड़े हुए ने कि जिस कैबिनेट के हिस्सा कारण अवतार हो रही होंगे, चीफ सैकटरी होंगे, उस कैबिनेट का हिस्सा मंत्री नहीं होंगे या फिर मंत्री उस गल से राजी हो गए ने। ये कल की कैबिनेट के साफ हो पाएगा, इससे नजर टिकियां रहनगियां और इस 31 मई तो बाद पंजाब की तस्वीर किहो जी होगी कि पंजाब के पूरी तरीके के नाल लॉकडाउन खुल जाएगा या फिर पंजाब के टाइम होर ज्यादा बढ़ाया जाएगा रियायत के विच। इसे नजर जिहड़ियां ने वो गौरव टिकियां रहनगियां क्योंकि पिछले एक हफ्ते का आंकड़ा देखा जाए पंजाब समेत पूरे देश के विच लगातार केसेस जिहड़े ने बढ़ते हुए नजर आ रहे हैं। ये जानकारी मिल रही कि लॉकडाउन पूरी तरीके नाल खुलण के आसार जिहड़े ने वो घट नजर आ रहे हैं। गौरव ठीक है, शुक्रिया, धन्यवाद साडे नाल जुड़न दे लई। इस पूरी गलबात दे लई लॉकडाउन पूरी तरह खुलण दे आसार घट ने, पर इस विचाले अगे दी स्ट्रैटेजी की होएगी क्योंकि हुण तां आम तरह तां पूरा कुछ नज़र आ रही है। खास तौर पर जो असीं दिन दा जिक्र करते हैं सवेरे 7 बजे तो लैके रात नूं शाम नूं 7 बजे तक, तां हुण सोमवार तो की 1 जून तो की लॉकडाउन 5.0 की शुरुआत हो जाएगी, 5वें गेड़ का लॉकडाउन शुरू हो जाएगा या पंजाब सरकार कुछ होर प्लान लैके आ रही है। कैबिनेट की मीटिंग दे विच इस उत्ते चर्चा होने की पूरी संभावना। अगली खबर का रुख करते हैं। अगली खबर जुड़ी हुई है फाजिलका दे नाल। जलालाबाद दे विच दूजे दिन भी सड़क जाम रखी गई है। ट्राली दे विच लाश रख के प्रदर्शन किया जा रहा है। मृतक की पत्नी को गिरफ्तार करने की मंग की जा रही है। मृतक की पत्नी के उत्ते ही कतल के इल्जाम ने। गिरफ्तारी होने तक संस्कार न करने की चेतावनी है ते फिलहाल मुलजम महिला फरार दसी जा रही है। जलालाबाद तो यह पूरा मामला दूजा दिन है जो प्रदर्शन किया जा रहा है। ट्राली दे विच लाश रखी गई है ते प्रदर्शन लगातार जारी है। जिस शख्स का कतल होया उसकी पत्नी के उत्ते इल्जाम ने ते इल्जाम है कि पत्नी को गिरफ्तार किया जाए, जल्द तो जल्द अजे तक गिरफ्तार नहीं किया गया। ते इस विचाले तुहानूं दस दईए कि फरार दसी जा रही है ते पुलिस पूरे मामले च जांच का भरोसा दे रही है। सर तुहानूं पता ही मैं कि धरना ड्यूटी जो चल रही है उस संबंध में थाना बैरक एसएसपी साहब की ड्यूटी लगी हुई है, वो इतने हाजिर ने। वैसे सवेर के डीएसपी साहब भी इतने बैठे थे तो प्रोसैस चल रहा जी। डेड बॉडी लैके धरना दिता गया है, ये बारे पुलिस की कार्रवाई चल रही है? अलग अलग टीम बनी मैं कि आप कार्रवाई चल रही है, छापेमारी चल रही है। ठीक है, जो तो दोषी काबू आ गए तो सामने आ जाएंगे। ਜ਼ਿਲ੍ਹੇ ਫਾਜ਼ਿਲਕਾ ਦੇ ਅਧੀਨ ਆਂਦੇ ਚੱਕ ਸੈਦੋਕੇ ਦੇ ਪਿੰਡ ਵਿੱਚ ਸ਼ੁੱਕਰਵਾਰ ਰਾਤ ਦੀ ਘਟਨਾ ਹੈ ਕਿ ਜਿਹੜੀ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ
ਅੱਗ ਲਗਾ ਕੇ ਮਾਰ ਦਿੱਤਾ ਗਿਆ। ਜਦੋਂ ਕਿ ਉਸ ਤੋਂ ਬਾਅਦ ਇਤਵਾਰ ਨੂੰ ਉਹਦਾ ਪੋਸਟਮਾਰਟਮ ਵੀ ਹੋਇਆ। ਪੋਸਟਮਾਰਟਮ ਹੋਣ ਤੋਂ ਬਾਅਦ ਅਜੇ ਤੱਕ ਪੁਲਿਸ ਕਿਸੇ ਨਤੀਜੇ ਤੇ ਨਹੀਂ ਪਹੁੰਚ ਪਾਈ। ਜਦੋਂ ਕਿ ਸਭ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਧਰਨਾ ਲਾ ਕੇ ਪਿੰਡ ਵਾਸੀ ਲੋਕ ਬੈਠੇ ਨੇ ਇਨਸਾਫ ਲੈਣ ਦੀ ਖਾਤਰ। ਜਦੋਂ ਕਿ ਘਰ ਵਾਲਾ ਦੋਸ਼ ਹੈ ਕਿ ਉਹਨਾਂ ਦੀ ਭਰਜਾਈ ਨੇ ਉਹਨੇ ਆਪਣੇ ਘਰ ਵਾਲੇ ਨੂੰ ਮਾਰਿਆ ਹੈ। ਜਦੋਂ ਕਿ ਉਹ ਔਰਤ ਵੱਲ ਜੋ ਉਹਦੀ ਪਤਨੀ ਵੱਲ ਕਿਹਾ ਜਾਂਦਾ ਸੀ ਕਿ ਉਹਨੇ ਜੋਤ ਜਲਾਈ ਸੀ, ਜੋਤ ਦੇ ਅੱਗ ਦੇ ਕਾਰਨ ਉਹਦੀ ਅੱਗ ਲੱਗੀ ਹੈ। ਆਓ ਜਾਣਦੇ ਹਾਂ ਵੀ ਘਰ ਦੇ ਮੈਂਬਰਾਂ ਤੋਂ ਵੀ ਕੀ ਕਹਿਣਾ ਚਾਹੁੰਦੇ ਹੋ, ਇਹ ਘਟਨਾ ਕਿਸ ਤਰ੍ਹਾਂ ਵਾਪਰੀ, ਕੀ ਕਹਿਣਾ ਚਾਹੁੰਦੇ ਕੀ ਘਟਨਾ ਵਾਪਰੀ ਕਿਵੇਂ ਔਰ ਕੀ ਚਾਹੁੰਦੇ ਤੁਸੀਂ? ਮੇਰੇ ਬ੍ਰਦਰ ਨੂੰ ਭਰਜਾਈ ਨੇ ਤੇਲ ਪਾ ਕੇ ਸਾੜਤਾ ਤੇ ਉਹ ਉੱਤੋਂ ਉਸਨੇ ਇਲਜ਼ਾਮ ਲਾਇਆ ਵੀ ਇੱਕ ਜੋਤ ਤੋਂ, ਤੁਸੀਂ ਸਮਝ ਸਕਦੇ ਆ ਕਿ 2 ਚਮਚਿਆਂ ਦੀ ਘਿਓ ਤੋਂ ਬੰਦੇ ਨੂੰ 6 ਫੁੱਟ 4 ਇੰਚ ਕੱਦ ਸੀ, ਬੰਦਾ ਸੜ ਸਕਦਾ। ਇੱਥੋਂ ਲੈ ਕੇ ਇੱਥੋਂ ਤੱਕ ਬਿਲਕੁਲ ਸੜ ਚੁੱਕਾ ਸੀਗਾ ਤੇ ਮੈਨੂੰ ਇਨਸਾਫ ਚਾਹੀਦਾ। ਮੇਰੀ ਕੋਈ ਪੁਲਿਸ ਸੁਣਵਾਈ ਨਹੀਂ ਕਰ ਰਹੀ ਕਿਉਂਕਿ ਸਾਨੂੰ 3 ਦਿਨ ਹੋ ਗਏ ਰੋਲਦੇ ਫਿਰਦਿਆਂ ਨੂੰ, ਇੱਥੇ 2 ਦਿਨ ਸਾਨੂੰ ਰੋਡ ਤੇ ਹੋ ਗਏ ਬੈਠਿਆਂ ਨੂੰ। ਸਾਨੂੰ ਇਨਸਾਫ ਚਾਹੀਦਾ, ਕੋਈ ਸਾਡੀ ਸੁਣਵਾਈ ਨਹੀਂ ਸੁਣ ਰਿਹਾ ਜੀ। ਅਜੇ ਤੱਕ ਤੁਹਾਡੇ ਕੋਲ ਕੋਈ ਪੁਲਿਸ ਦੇ ਅਧਿਕਾਰੀ ਕੋਈ ਆਏ ਨੇ, ਕੁਝ ਤੁਹਾਨੂੰ ਕੀ ਕਹਿ ਕੇ ਗਏ ਨੇ, ਕੀ ਆਸ਼ਵਾਸਨ ਦੇ ਰਹੇ ਨੇ? ਤੁਸੀਂ ਸਾਨੂੰ ਦਬਾਅ ਪਾ ਰਹੇ ਆ, ਤੁਸੀਂ ਬੋਡੀ ਦਾ ਸੰਸਕਾਰ ਕਰ ਦਿਓ, ਅਸੀਂ ਸਭ ਜਲਦੀ ਤੋਂ ਜਲਦੀ ਕੰਮ ਕਰ ਦਾਂਗੇ। ਬੋਡੀ ਫਿਲਹਾਲ ਬੋਡੀ ਸਾਡੇ ਕੋਲ ਪਈ ਆ, ਫੇਰ ਵੀ ਨਹੀਂ ਕਰ ਰਹੇ। ਜੇ ਅਸੀਂ ਸੰਸਕਾਰ ਕਰਤਾ ਫੇਰ ਉਹ ਕੀ ਕਰਨਗੇ ਜੀ? ਹੁਣ ਤੁਸੀਂ ਚਾਹੁੰਦੇ ਕੀ ਹੋ? ਸਾਨੂੰ ਇਨਸਾਫ ਚਾਹੀਦਾ ਜੀ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਕਿਸ ਤਰ੍ਹਾਂ ਡੈੱਡ ਬੋਡੀ ਅਜੇ ਤੱਕ ਟਰੈਕਟਰ ਟਰਾਲੀ ਵਿੱਚ ਪਈ ਹੈ ਔਰ ਉਸ ਗੱਲ ਦਾ ਪਰਿਵਾਰ ਵਾਲੇ ਇਨਸਾਫ ਮੰਗ ਰਹੇ ਨੇ। ਔਰ ਸਭ ਤੋਂ ਹੈਰਾਨੀ ਵਾਲੀ ਗੱਲ ਦੱਸ ਦੇਣਾ ਚਾਹਾਂ ਕਿ ਐਡਾ ਵੱਡਾ ਧਰਨਾ ਲੱਗਾ ਜਲਾਲਾਬਾਦ ਮੁਕਤਸਰ ਮਾਰਗ ਤੇ, ਅਜੇ ਤੱਕ ਸਾਨੂੰ ਕੋਈ ਪੁਲਿਸ ਦਾ ਉੱਚ ਅਧਿਕਾਰੀ ਨਜ਼ਰ ਨਹੀਂ ਆ ਰਿਹਾ। ਜਦੋਂ ਕਿ ਕਿੱਡੀ ਵੱਡੀ ਸੋਚਣ ਦੀ ਗੱਲ ਹੈ, ਕਿਉਂ ਨਹੀਂ ਆ ਰਿਹਾ, ਕੀ ਕਿਹਾ ਜਾ ਰਿਹਾ ਹੈ? ਜਦੋਂ ਕਿ ਪੀੜਤ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਇਨਸਾਫ ਜਿਹੜਾ ਸਾਨੂੰ ਦਵਾਇਆ ਜਾਵੇ, ਜਲਦੀ ਦਵਾਇਆ ਜਾਵੇ। 5 ਦਿਨ ਹੋ ਗਏ ਇਸ ਲਾਸ਼ ਨੂੰ ਇਸ ਆਈਸ ਬਾਕਸ 'ਚ ਪਿਆ ਨੂੰ, ਹੋ ਸਕਦਾ ਕਿ ਪਈ ਸੜ ਜਾਵੇ। ਇਹਦਾ ਇਨਸਾਫ ਕੌਣ ਦੇਗਾ? ਕੈਮਰਾਮੈਨ ਗੋਲਡੀ ਦੇ ਨਾਲ ਸੁੰਦਰ ਗੋਇਲ, ਨਿਊਜ਼ 18 ਪੰਜਾਬ। ਸਵਾਲ ਇਹ ਹੈ ਕਿ ਆਖਿਰ ਕਿ ਵਾਕਈ ਇਹਨਾਂ ਦੀ ਸੁਣੀ ਨਹੀਂ ਜਾ ਰਹੀ, ਕਿਉਂ ਇਸ ਸਮੇਂ ਪ੍ਰਸ਼ਾਸਨ ਉਸ ਤਰੀਕੇ ਨਾਲ ਨਹੀਂ ਕੰਮ ਕਰ ਰਿਹਾ ਜਿਵੇਂ ਇੱਕ ਮਾਮਲੇ 'ਚ ਕਰਨਾ ਚਾਹੀਦਾ। ਰੁਕ ਕਰਦੇ ਹਾਂ, ਮੇਰੇ ਸਹਿਯੋਗੀ ਇਸ ਸਮੇਂ ਸੁਰਿੰਦਰ ਗੋਇਲ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ ਫਾਜ਼ਿਲਕਾ ਤੋਂ, ਜਲਾਲਾਬਾਦ ਤੋਂ। ਸੁਰਿੰਦਰ, ਜਾਣਨਾ ਚਾਹਾਂਗੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ? ਇਸ ਸਮੇਂ ਤੁਹਾਡੇ ਕੋਲ ਅਪਡੇਟ ਕੀ ਹੈ ਕਿ ਜਿਹੜਾ ਪੀੜਤ ਪਰਿਵਾਰ ਹੈ ਜੋ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਕਰਨ ਦੇ ਲਈ ਪਹੁੰਚੀ ਹੈ ਸਥਾਨਕ ਪ੍ਰਸ਼ਾਸਨ ਦਾ ਕੋਈ ਆਗੂ, ਕੋਈ ਨੁਮਾਇੰਦਾ? ਗੌਰਵ, ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਧਰਨਾ ਅਜੇ ਤੱਕ ਚੱਲ ਰਿਹਾ ਹੈ। ਜਦੋਂ ਕਿ ਪੁਲਿਸ ਵੀ ਜੋ ਸਾਨੂੰ ਪੁਲਿਸ ਤੋਂ ਜੋ ਜਾਣਕਾਰੀ ਮਿਲੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਇਹਦੀ ਪਤਨੀ ਨੂੰ ਫੜਨ ਵਾਸਤੇ ਥਾਂ ਛਾਪੇ ਮਾਰਨੇ ਆ ਔਰ ਜਿਸ ਤਰ੍ਹਾਂ ਅਸੀਂ ਉਹਨੂੰ ਕਾਬੂ ਕਰ ਲਾਂਗੇ। ਔਰ ਬਿਲਕੁਲ ਉਹਨਾਂ ਨੂੰ ਰਿਕੁਐਸਟ ਵੀ ਕਰ ਰਹੇ ਨੇ ਪੀੜਤ ਪਰਿਵਾਰ ਨੂੰ ਵੀ ਤੁਸੀਂ ਸੰਸਕਾਰ ਕਰ ਦਿਓ, ਅਸੀਂ ਬਿਲਕੁਲ ਜਲਦੀ ਕਾਬੂ ਕਰ ਲਾਂਗੇ। ਪਰ ਪੀੜਤ ਪਰਿਵਾਰਾਂ ਨੂੰ ਪੁਲਿਸ ਤੇ ਭਰੋਸਾ ਨਹੀਂ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਅਜੇ ਤਾਂ ਡੈਡ ਬੋਡੀ ਸਾਡੇ ਕੋਲ ਹੈ। ਫਿਰ ਸਾਡਾ ਇਹ ਹਾਲ ਹੈ, ਅੱਜ ਇੰਨੇ ਦੇ 5ਵਾਂ ਦਿਨ ਹੋ ਗਿਆ ਤੇ ਜੇ ਅਸੀਂ ਸੰਸਕਾਰ ਕਰਦੇ ਨੇ ਸਾਨੂੰ ਕਦੋਂ ਇਨਸਾਫ ਮਿਲੇਗਾ? ਔਰ ਤੁਹਾਨੂੰ ਇੱਕ ਹੋਰ ਦੱਸ ਦੇਣਾ ਚਾਹਦਾ ਕਿ ਇਸ ਜਿਹੜਾ ਧਰਨੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹਦੇ ਪਿੱਛੇ ਰਾਜਨੀਤੀ ਬੂ ਵੀ ਆ ਰਹੀ ਹੈ। ਰਾਜਨੀਤੀ ਦੇ ਕਾਰਨ ਵੀ ਜਿਹੜਾ ਕਿ ਜਿਹੜੀ ਮ੍ਰਿਤਕ ਦੀ ਜਿਹੜੀ ਪਤਨੀ ਹੈ ਸ਼ਾਇਦ ਉਹਨੂੰ ਤਾਂ ਨਹੀਂ ਹੱਥ ਪਾਇਆ ਜਾ ਰਿਹਾ ਕਿ ਰਾਜਨੀਤੀ ਦੇ ਹਸਤੇਵ ਦੇ ਕਾਰਨ, ਪਰੰਤੂ ਲੋਕਾਂ 'ਚ ਬੜਾ ਰੋਸ਼ ਹੈ ਵੀ ਤਾਂ ਕਿ ਜਿਹੜਾ ਕਿ ਐਡੇ ਵੱਡੇ ਕੱਪੜੇ ਵੀ ਐਡਾ ਵੱਡਾ ਮਸਲਾ ਹੋ ਗਿਆ ਔਰ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ? ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਦੋਂ ਇਤਵਾਰ ਨੂੰ ਆਪਣੇ ਪੋਸਟਮਾਰਟਮ ਹੋਇਆ ਤੇ ਉਹ ਜਿਹੜੀ ਇਹਦੀ ਪਤਨੀ ਸੀ ਉਹ ਘਰ 'ਚ ਹੀ ਸੀਗੀ। ਜਦੋਂ ਕਿ ਉੱਥੇ ਪੁਲਿਸ ਦੇ SHO ਗਏ ਸੀਗੇ, ਉਹਨਾਂ ਦੇ ਬਿਆਨ ਲੈਣ ਵੀ ਗਏ ਸੀ ਔਰ ਔਰਤ ਦੇ ਵੀ ਬਿਆਨ ਲੈ ਸੀਗੇ, ਪਰ ਉਸ ਤੋਂ ਔਰਤ ਘਰੋਂ ਫਰਾਰ ਕਿਵੇਂ ਹੋ ਗਈ? ਇਸ ਗੱਲ ਨੂੰ ਸਵਾਲ ਬਹੁਤ ਸਾਰੇ ਉੱਠ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ। ਲਾਜ਼ਮੀ ਤੌਰ ਤੇ ਪੁਲਿਸ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਕਰ ਸਕੀ? ਇਸ ਸ਼ਖਸ ਦੀ ਮੌਤ ਹੋ ਚੁੱਕੀ ਹੈ, ਪਰਿਵਾਰ ਹੁਣ ਕਹਿ ਰਿਹਾ ਕਿ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਕਾਰਵਾਈ ਕਰੋ, ਉਸ ਤੋਂ ਬਾਅਦ ਹੀ ਉਹ ਸੰਸਕਾਰ ਕਰਨਗੇ। ਸੰਸਕਾਰ ਕਰਨ ਦੇ ਲਈ ਦਬਾਅ ਪਾਉਣ ਦੇ ਇਲਜ਼ਾਮ ਵੀ ਜਿਹੜੇ ਪੀੜਤ ਪਰਿਵਾਰ ਦੇ ਲੋਕ ਨੇ ਉਹ ਲਗਾ ਰਹੇ ਨੇ ਪੁਲਿਸ ਦੇ ਉੱਤੇ। ਸ਼ੁਕਰੀਆ ਸੁਰਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਰੁਕ ਰਹੇ ਛੋਟੇ ਜਿਹੇ ਵਕਫੇ ਦੇ ਲਈ, ਤੁਸੀਂ ਬਣੇ ਰਹੋ ਨਿਊਜ਼ 18 ਦੇ ਨਾਲ। ਖਬਰਾਂ ਦਾ ਸਿਲਸਿਲਾ ਬ੍ਰੇਕ ਦੇ ਉਸ ਪਾਰ ਵੀ